ਦੂਜੇ ਅਤੇ ਤੀਜੇ ਸੈਗਮੈਂਟ ਦੇ ਵਿੱਚ ਵੱਖ-ਵੱਖ ਟੌਪਿਕਸ ਦੇ ਬਾਰੇ ਵਿਚਾਰ ਚਰਚਾ ਕਰਨ ਲਈ ਕੈਲਗਰੀ ਤੋਂ ਸਾਡੇ ਨਾਲ ਜੁੜ ਰਹੇ ਨੇ ਗੁਰਬਚਨ ਬਰਾੜ ਜੀ। ਬਰਾੜ ਸਾਹਿਬ, ਸਵਾਗਤ ਹੈ ਆਪ ਜੀ ਦਾ ਪ੍ਰੋਗਰਾਮ ਸ਼ਾਮਲ ਹੋਣ ਲਈ। ਜੀ ਗੁੱਡ ਈਵਨਿੰਗ ਸੋਤਾ ਜੀ, ਤੁਹਾਨੂੰ ਤੇ ਤੁਹਾਡੇ ਸਾਰੇ ਦਰਸ਼ਕਾਂ ਨੂੰ ਜੀ ਇੱਕ ਵਾਰੀ ਫੇਰ ਵੈਲਕਮ ਬਰਾੜ ਸਾਹਿਬ। ਬਰਾੜ ਸਾਹਿਬ, ਹੁਣ ਜਿਸ ਤਰ੍ਹਾਂ ਸਤੰਬਰ ਦੇ ਵਿੱਚ ਵੱਖੋ-ਵੱਖ ਕੈਨੇਡਾ ਦੇ ਸੂਬਿਆਂ ਦੇ ਵਿੱਚ ਸਕੂਲ ਖੁੱਲ੍ਹਣ ਦੀ ਤਿਆਰੀ ਹੈ। ਹਾਲਾਂਕਿ ਅੱਜ ਹੀ BC ਨੇ ਐਲਾਨ ਕੀਤਾ ਹੈ ਕਿ ਜੋ ਉਹਨਾਂ ਨੇ ਪਹਿਲਾਂ ਤਾਰੀਖ ਐਲਾਨੀ ਸੀ ਕਿ ਫਲਾਣੀ ਤਰੀਕ ਨੂੰ ਸਕੂਲ ਖੁੱਲ੍ਹਣੇ, ਉਹ ਤਾਰੀਖ ਹੁਣ ਅੱਗੇ ਪਾ ਦਿੱਤੀ ਗਈ ਹੈ, ਫੈਸਲਾ ਬਦਲ ਲਿਆ। ਲੇਕਿਨ ਬਹੁਤ ਸਾਰੇ ਸੂਬਿਆਂ ਦੇ ਵਿੱਚ ਅਜੇ ਵੀ ਜੋ ਸਰਕਾਰਾਂ ਚਾਹੁੰਦੀਆਂ ਨੇ ਕਿ ਸਕੂਲ ਮੁੜ ਖੋਲ੍ਹੇ ਜਾਣ ਸਤੰਬਰ ਦੇ ਵਿੱਚ। ਹੁਣ ਇਸ ਗੱਲ ਨੂੰ ਲੈ ਕੇ ਅੱਜ ਫੈਡਰਲ ਸਰਕਾਰ ਦੇ ਵੱਲੋਂ ਬੈਕ ਟੂ ਸਕੂਲ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਨੇ। ਇਸ ਬਾਰੇ ਦੱਸੋ ਕਿ ਗਾਈਡਲਾਈਨਸ ਹੈ ਕੀ ਨੇ। ਜੀ ਹਜ਼ੂਰ। ਬਸੋਤਾ ਜੀ, ਜਿਵੇਂ ਤੁਹਾਨੂੰ ਪਤਾ, ਆਪਾਂ ਪਿਛਲੇ ਹਫ਼ਤੇ ਵੀ ਗੱਲ ਕੀਤੀ ਸੀ ਕਿ ਸਾਰੇ ਸੂਬੇ ਹੀ ਆਪਣੇ ਹਿਸਾਬ ਨਾਲ ਉੱਥੋਂ ਦੀ ਇਨਫੈਕਸ਼ਨ ਰੇਟ ਨੂੰ ਦੇਖ ਕੇ ਜਿਹੜੇ ਸਕੂਲ ਆ ਉਹ ਰੀਓਪਨ ਕਰ ਰਹੇ ਆ ਸਤੰਬਰ ਤੋਂ। ਪਿਛਲੇ ਸਮੇਂ 'ਚ ਆਪਾਂ ਦੇਖਿਆ ਕਿ ਜਦੋਂ ਕੋਵਿਡ ਦੀ ਸ਼ੁਰੂਆਤ ਹੋਈ ਆ, ਉਦੋਂ ਲਗਭਗ ਸਾਰੇ ਸੂਬਿਆਂ 'ਚ ਸਕੂਲ ਬੰਦ ਕਰਨੇ ਪਏ ਸੀ ਔਰ ਬੱਚਿਆਂ ਨੂੰ ਔਨਲਾਈਨ ਪੜ੍ਹਾਇਆ ਗਿਆ ਸੀ ਜੀ। ਔਰ ਹੁਣ ਵੀ ਇਸ ਤਰ੍ਹਾਂ ਦੀ ਕਵਾਇਤ ਸੋਚੀ ਔਰ ਵਿਚਾਰੀ ਜਾ ਰਹੀ ਹੈ ਵੱਖ-ਵੱਖ ਸੂਬਿਆਂ ਵੱਲੋਂ ਕਿ ਕਿਸ ਤਰ੍ਹਾਂ ਕੀਤਾ ਜਾਵੇ। ਸਕੂਲ ਖੋਲ੍ਹਣੇ ਵੀ ਜ਼ਰੂਰੀ ਹੈ ਕਿਉਂਕਿ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਵੀ ਨਾ ਹੋਵੇ ਜੀ। ਸੋ ਵੱਖ-ਵੱਖ ਸੂਬਿਆਂ ਦੇ ਵੱਖ-ਵੱਖ ਪਲਾਨ ਹੈ। ਔਰ ਮੈਂ ਜੇ ਆਪਾਂ ਗੱਲ ਕਰੀਏ ਅੰਟਾਰੀਓ ਦੀ, ਤਾਂ ਅੰਟਾਰੀਓ ਸੂਬੇ ਨੇ ਕਿਹਾ ਕਿ ਜਿੱਥੇ ਲੋ ਇਨਫੈਕਸ਼ਨ ਰੇਟ ਹੈ, ਜਿੱਥੇ ਮਤਲਬ ਇਨਫੈਕਸ਼ਨ ਘੱਟ ਹੈ, ਉੱਥੇ ਪੂਰੇ ਦੇ ਪੂਰੇ ਸਕੂਲ ਜਿਹੜੇ ਉਹ ਐਲੀਮੈਂਟਰੀ ਵੀ ਅਤੇ ਹਾਈ ਸਕੂਲ ਚੰਗੀ ਤਰ੍ਹਾਂ ਖੋਲ੍ਹੇ ਜਾਣ। ਪਰ ਜਿੱਥੇ ਤੁਹਾਡੀ ਇਨਫੈਕਸ਼ਨ ਜਿਹੜੀ ਜਿਨ੍ਹਾਂ ਇਲਾਕੇ 'ਚ ਜ਼ਿਆਦਾ ਹੈ, ਉੱਥੇ ਉਹਨਾਂ ਨੇ ਰਿਕਮੈਂਡ ਕੀਤਾ ਹੈਗਾ ਅੰਟਾਰੀਓ ਸਰਕਾਰ ਨੇ ਕਿ ਉੱਥੇ ਜਿਹੜੇ ਸੈਕੰਡਰੀ ਅਤੇ ਹਾਈ ਰਿਸਕ ਵਾਲੇ ਜਿਹੜੇ ਵੱਡੇ ਸਟੂਡੈਂਟਸ ਹੈ, ਉਹਨਾਂ ਦੀਆਂ ਕਲਾਸਾਂ ਅੱਧਾ ਸਮਾਂ ਲੱਗਣ 5 ਦਿਨ ਹੀ, ਪਰ ਅੱਧਾ ਸਮਾਂ ਲੱਗਣ ਤਾਂ ਕਿ ਉਹਨਾਂ ਨੂੰ ਜਿਹੜਾ ਉਹ 2 ਹਿੱਸਿਆਂ 'ਚ ਵੰਡ ਕੇ ਉਹਨਾਂ ਨੂੰ ਪੜ੍ਹਾਇਆ ਜਾ ਸਕੇ। ਜੀ ਜੀ। ਅਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਗ੍ਰੇਡ 4 ਤੋਂ ਗ੍ਰੇਡ 12 ਤੱਕ ਮਾਸਕ ਪਹਿਨਣੀ ਵੀ ਬਹੁਤ ਜ਼ਰੂਰੀ ਕੀਤੀ ਆ ਉਹਨਾਂ ਨੇ। ਅਤੇ ਜੇ ਹੁਣ ਗੱਲ ਕਰੀਏ ਆਪਣੇ ਸੂਬੇ ਅਲਬਰਟਾ ਦੀ, ਤਾਂ ਇੱਥੇ ਆਪਾਂ ਪਿਛਲੇ ਹਫ਼ਤੇ ਪੂਰੀ ਦੀ ਪੂਰੀ ਉਹਨਾਂ ਦੀ ਜਿਹੜੀ ਪਲਾਨ ਹੈ ਅਲਬਰਟਾ ਸਰਕਾਰ ਦੀ ਆਪਾਂ ਡਿਸਕਸ ਕੀਤੀ ਸੀ। ਉੱਥੇ ਉਹਨਾਂ ਨੇ ਕਿਹਾ ਸੀ ਕਿ 4 ਤੋਂ 12 ਗ੍ਰੇਡ ਤੱਕ ਦੇ ਜਿਹੜੇ ਵਿਦਿਆਰਥੀ ਆ ਉਹ ਸਕੂਲ ਦੇ ਵਿੱਚ ਮਾਸਕ ਪਹਿਨਣਗੇ ਔਰ ਉਹਨਾਂ ਥਾਵਾਂ 'ਤੇ ਮਾਸਕ ਪਹਿਨਣਗੇ ਜਿੱਥੇ ਕਿ ਜਿਹੜਾ ਫਾਸਲਾ ਹੈ 2 ਮੀਟਰ ਦਾ ਉਹ ਨਹੀਂ ਰੱਖਿਆ ਜਾ ਸਕਦਾ। ਵਿਸ਼ੇਸ਼ ਤੌਰ 'ਤੇ ਬੱਸਾਂ ਦੇ ਵਿੱਚ ਜਾਂ ਸਕੂਲ ਹਾਲਵੇਜ਼ ਦੇ ਵਿੱਚ ਜਾਂ ਹੋਰ ਇਹੋ ਜਿਹੀਆਂ ਥਾਵਾਂ 'ਤੇ ਜਿੱਥੇ ਬੱਚੇ ਨੇੜੇ ਹੋ ਜਾਂਦੇ ਆ। ਪਰ ਕਲਾਸਾਂ ਦੇ ਵਿੱਚ ਕੀਤਾ ਸੀ ਕਿ ਤੁਹਾਨੂੰ ਉੱਥੇ ਮਾਸਕ ਤੁਸੀਂ ਲਾ ਸਕਦੇ ਆ, ਪਰ ਜੇ ਤੁਹਾਨੂੰ ਲੱਗਦਾ ਵੀ ਕਿ ਤੁਹਾਨੂੰ ਪਾਉਣ ਦੀ ਜ਼ਰੂਰਤ ਹੈ ਤਾਂ ਉੱਥੇ ਪਾਈ ਜਾ ਸਕਦੀ ਹੈ, ਆਪਸ਼ਨਲ ਕੀਤੀ ਸੀ। ਸਸਕੈਚਵਨ ਜਿੱਥੇ ਆਪਾਂ ਦੇਖਦੇ ਕਿ ਜਿਹੜੀ ਇਨਫੈਕਸ਼ਨ ਜਿਹੜੀ ਆ ਉਹ ਕਾਫੀ ਘੱਟ ਹੈ, ਉੱਥੇ ਉਹਨਾਂ ਨੇ ਪੂਰੀ ਜਿਹੜੇ ਸਕੂਲ ਆ ਉਹ ਬਿਲਕੁਲ ਆਮ ਵਾਂਗ ਖੋਲ੍ਹਣ ਦੀ ਗੱਲ ਕੀਤੀ ਹੈ ਕਿ ਨਾ ਤਾਂ ਕਲਾਸਾਂ ਦਾ ਸਾਈਜ਼ ਰਿਡਿਊਸ ਕਰਨਾ ਅਤੇ ਨਾ ਹੀ ਉੱਥੇ ਮਾਸਕ ਪਹਿਨਣਾ ਜ਼ਰੂਰੀ ਕੀਤਾ ਹੈ। ਸੋ ਇਸ ਤਰ੍ਹਾਂ ਲਗਭਗ ਸਾਰੇ ਹੀ ਸੂਬਿਆਂ ਨੇ ਆਪਦੇ ਵੱਖ-ਵੱਖ ਪਲਾਨ ਬਣਾਏ ਆ ਔਰ ਨਾਲ ਹੀ ਸੂਬਿਆਂ ਨੇ ਇਹ ਵੀ ਕਿਹਾ ਹੈ ਕਿ ਜੇ ਤੁਸੀਂ ਬੱਚਿਆਂ ਨੂੰ ਨਹੀਂ ਭੇਜਣਾ ਚਾਹੁੰਦੇ ਸਕੂਲ, ਤਾਂ ਤੁਹਾਡੇ ਵਾਸਤੇ ਔਨਲਾਈਨ ਜਿਹੜੀ ਸਟੱਡੀ ਆ ਉਹਦਾ ਪ੍ਰਬੰਧ ਵੀ ਕੀਤਾ ਗਿਆ। ਜੀ ਬਰਾੜ ਸਾਹਿਬ, ਜਿਹੜਾ ਔਨਲਾਈਨ ਸਟੱਡੀ ਦੀ ਗੱਲ ਕਰਦੇ ਆ, ਉਹ ਤਾਂ ਹਾਲੇ ਵੀ ਜਿੱਥੇ ਸਕੂਲ ਬੰਦ ਨੇ, ਤਕਰੀਬਨ ਸਾਰੇ ਪਾਸੇ ਸਕੂਲ ਬੰਦ ਨੇ ਫਿਲਹਾਲ। ਅਗਸਤ ਵਿੱਚ ਖੋਲ੍ਹਣ ਦੀ ਤਿਆਰੀ ਹੈ। ਔਨਲਾਈਨ ਸਟੱਡੀ ਤਾਂ ਚੱਲ ਰਹੀ ਹੈ, ਲੇਕਿਨ ਇਸ ਦੇ ਬਾਵਜੂਦ ਵੀ ਸਰਕਾਰਾਂ, ਵੱਖ-ਵੱਖ ਸੂਬਿਆਂ ਦੇ ਸਰਕਾਰਾਂ ਚਾਹੁੰਦੀਆਂ ਨੇ ਕਿ ਕਦੋਂ ਸਕੂਲ ਖੋਲ੍ਹੇ ਜਾਣ, ਬੱਚੇ ਕਦੋਂ ਜੋ ਕਲਾਸਾਂ 'ਚ ਮੁੜ ਪਰਤਣ। ਜੀ, ਇਹ ਚੰਗੀ ਗੱਲ ਹੈ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਸਕੂਲ ਦੇ ਵਿੱਚ ਜਾ ਕੇ ਬੱਚਾ ਜਿਹੜਾ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਸਿੱਖਦਾ ਹੈ। ਉੱਥੇ ਟੀਚਰ ਆਮੋ ਸਾਹਮਣੇ ਹੈ ਔਰ ਹੋਰ ਐਕਟੀਵਿਟੀਜ਼ ਕਾਫੀ ਹੋ ਜਾਂਦੀਆਂ ਜਿੱਥੇ ਬੱਚੇ ਨੂੰ ਐਜੂਕੇਸ਼ਨ ਦੇਣੀ ਸੌਖੀ ਹੈ ਔਰ ਉਹਨੂੰ ਸਿੱਖਣਾ ਵੀ ਸੌਖਾ ਹੈ। ਔਰ ਜਿਹੜੀ ਸਕੂਲ ਦਾ ਇਨਵਾਇਰਮੈਂਟ ਆ ਉਹ ਵੱਖਰੀ ਚੀਜ਼ ਆ। ਆਪਾਂ ਸਮਝਦੇ ਹਾਂ ਕਿ ਜਿੱਥੇ ਜਾ ਕੇ ਉਹਨੂੰ ਐਂ ਲੱਗਦਾ ਕਿ ਵਾਕਈ ਮੈਂ ਇੱਥੇ ਕੁਝ ਸਿੱਖਣ ਵਾਸਤੇ ਆਇਆ ਅਤੇ ਮੇਰੀ ਜਿਹੜੇ ਮੇਰਾ ਸਿਲੇਬਸ ਆ ਵਧੀਆ ਤਰੀਕੇ ਨਾਲ ਹੋ ਸਕਦਾ। ਇਹ ਇੱਕ ਆਪਾਂ ਨੂੰ ਆਮ ਧਾਰਨਾ ਹੈ ਬਣੀ ਹੋਈ। ਜੀ, ਇਸੇ ਸੰਬੰਧ 'ਚ ਅਸੀਂ ਜੋ ਐਡਮਿੰਟਨ ਦੇ ਕੁਝ ਬੱਚਿਆਂ ਨਾਲ ਗੱਲਬਾਤ ਵੀ ਕੀਤੀ ਹੈ। ਬਹੁਤ ਗਿਣਤੀ ਬੱਚੇ ਇੱਛੁਕ ਨੇ ਜਾਣ ਦੇ ਲਈ। ਹੈਰਾਨੀ ਦੀ ਗੱਲ ਇਹ ਹੈ, ਮਾਪੇ ਚਿੰਤਤ ਨੇ ਬੱਚਿਆਂ ਨੂੰ ਸਕੂਲ ਭੇਜਣ ਦੇ ਲਈ, ਲੇਕਿਨ ਬੱਚੇ ਨੇ ਉਹ ਉਤਸੁਕ ਨੇ ਬਹੁਤ ਹੀ ਕਿ ਕਦੋਂ ਸਕੂਲ ਖੁੱਲ੍ਹਣ, ਅਸੀਂ ਕਦੋਂ ਆਪਣੇ ਕਲਾਸਾਂ 'ਚ ਭਰਤੀ ਹੈ। ਜੀ ਬਰਾੜ ਸਾਹਿਬ। ਇਹਦਾ ਕਾਰਨ ਹੈ ਜੀ ਬਸੋਤਾ ਜੀ, ਦੇਖੋ ਹੁਣ ਕਦੋਂ ਤੋਂ ਲੈ ਕੇ ਲਗਭਗ ਮਾਰਚ ਦੇ ਅੱਧ ਤੋਂ ਲੈ ਕੇ ਸਕੂਲ ਬੰਦ ਹੈ ਔਰ ਬੱਚੇ ਲਗਾਤਾਰ ਘਰਾਂ 'ਚ ਬੈਠੇ ਆ। ਔਰ ਬੱਚਿਆਂ ਦਾ ਤਾਂ ਇਹ ਹੁੰਦਾ ਵੀ ਬਾਹਰ ਇਹ ਖੇਡਣ ਮੱਲਣ ਦਾ ਇਹਨਾਂ ਦਾ ਸੋਚ ਵਿਚਾਰ ਹੁੰਦੀ ਹੈ ਕਿ ਅਸੀਂ ਬਾਹਰ ਨਿਕਲੀਏ, ਆਪਣੇ ਦੋਸਤਾਂ ਨੂੰ, ਆਪਣੇ ਹਮਜਮਾਤੀਆਂ ਨੂੰ ਮਿਲੀਏ, ਕਿਉਂਕਿ ਇਹਨਾਂ ਦਾ ਸੈਸ਼ਨ ਵਿੱਚ ਹੀ ਰਹਿ ਗਿਆ ਸੀ। ਉਸ ਤੋਂ ਬਾਅਦ ਉਹ ਸੈਸ਼ਨ ਖਤਮ ਵੀ ਹੋ ਗਿਆ, ਬੱਚੇ ਅਗਲੇ ਕਲਾਸਾਂ 'ਚ ਅਪਗ੍ਰੇਡ ਵੀ ਹੋ ਗਏ
ਉਹ ਹੁਣ ਚਾਹੁੰਦੇ ਆ ਕਿ ਅਸੀਂ ਆਪਣੇ ਸਾਥੀਆਂ ਨੂੰ ਮਿਲੀਏ, ਉੱਥੇ ਉਹਨਾਂ ਨਾਲ ਗੱਲਾਂ ਬਾਤਾਂ ਸਾਂਝੀਆਂ ਕਰੀਏ। ਸੋ ਇਹ ਇਹਨਾਂ ਦੀ ਉਤਸੁਕਤਾ ਹੁੰਦੀ ਹੈ ਬੱਚਿਆਂ ਦੀ। ਜਿਹੜੀ ਤੁਸੀਂ ਪਹਿਲਾਂ ਗੱਲ ਕਹੀ ਹੈ ਕਿ ਵੱਖ-ਵੱਖ ਸੂਬਿਆਂ ਦੀ ਗੱਲ ਕਰੀਏ, ਇਸ ਵੇਲੇ ਕਿਊਬੈਕ ਅਤੇ ਓਨਟਾਰੀਓ ਇਹ ਦੋ ਸੂਬੇ ਨੇ ਜਿੱਥੇ ਜ਼ਿਆਦਾ ਕੇਸਿਸ ਮਿਲ ਰਹੇ ਨੇ ਅਤੇ ਸਥਿਤੀ ਜ਼ਿਆਦਾ ਚਿੰਤਾ ਵਾਲੀ ਹੈ। ਇਹਨਾਂ ਸੂਬਿਆਂ ਦੇ ਬਾਰੇ ਵਿਸਥਾਰ ਨਾਲ ਦੱਸੋ ਕਿ ਇਹਨਾਂ ਦੀ ਕੀ ਪਲੈਨਿੰਗ ਹੈ ਸਕੂਲ ਖੋਲ੍ਹਣ ਦੇ ਬਾਰੇ, ਜਿਸ ਤਰ੍ਹਾਂ ਤੁਸੀਂ ਓਨਟਾਰੀਓ ਦੀ ਦੱਸੀ ਸੀ। ਜਿਸ ਤਰ੍ਹਾਂ ਤੁਹਾਨੂੰ ਓਨਟਾਰੀਓ ਦੀ ਗੱਲ ਕੀਤੀ, ਉਸ ਤਰ੍ਹਾਂ ਕੁਬੈਕ ਵੀ ਹੈ। ਉਹਦੇ ਵਿੱਚ ਵੀ ਸਰਕਾਰ ਨੇ ਵੱਧ ਤੋਂ ਵੱਧ ਸਕੂਲਾਂ ਨੂੰ ਖੋਲ੍ਹਣ ਦੀ ਗੱਲ ਹੀ ਆਖੀ ਹੈ। ਔਰ ਜਿਹੜੇ ਪੇਰੈਂਟਸ ਹੈ, ਜਿਵੇਂ ਤੁਸੀਂ ਅੱਗੇ ਕਿਹਾ, ਉਹਨਾਂ ਦਾ ਤਾਂ ਬਿਲਕੁਲ ਹੀ ਵਾਕਈ ਚਿੰਤਾ ਉਹਨਾਂ ਦੀ ਹੈਗੀ ਹੈ ਕਿ ਜੇ ਬੱਚਾ ਸਾਡਾ ਸਕੂਲ ਜਾਂਦਾ ਹੈ ਤਾਂ ਇੰਨੀ ਗਿਣਤੀ ਦੇ ਵਿੱਚ ਜੇ ਉਸ ਕਲਾਸ ਦੇ ਵਿੱਚ ਬੈਠਦੇ ਆ, ਉੱਥੋਂ ਇਨਫੈਕਸ਼ਨ ਹੋਣ ਦਾ ਖਤਰਾ ਹੈ। ਸੋ ਚਿੰਤਾ ਉਸੇ ਤਰ੍ਹਾਂ ਮਾਪਿਆਂ ਦੀ ਹੈ। ਪਰ ਫੈਡਰਲ ਪਬਲਿਕ ਏਜੰਸੀ ਨੇ ਵੀ ਅੱਜ ਜਿਹੜੀ ਗਾਈਡਲਾਈਨ ਦਿੱਤੀਆਂ ਹੈਗੀਆਂ, ਆਪਾਂ ਉਹਨਾਂ ਦੀ ਜੇ ਗੱਲ ਕਰੀਏ ਤਾਂ ਉਹਨਾਂ ਨੇ ਵੀ ਇਹਨਾਂ ਨੂੰ ਕੰਪਲੀਮੈਂਟ ਕੀਤਾ। ਮਤਲਬ ਇਹ ਜਿਹੜੀਆਂ ਸਿਫਾਰਸ਼ਾਂ, ਜਿਹੜੀਆਂ ਗਾਈਡਲਾਈਨਸ ਸਰਕਾਰਾਂ ਨੇ ਦਿੱਤੀਆਂ ਨੇ, ਪ੍ਰੋਵਿੰਸ਼ਲ ਸਰਕਾਰਾਂ ਨੇ, ਔਰ ਅੱਗੋਂ ਜਿਹੜੇ ਸਕੂਲ ਬੋਰਡ ਆ ਉਹਨਾਂ ਨੇ ਆਪਦੀਆਂ ਪਲੈਨਿੰਗ ਦਿੱਤੀਆਂ ਨੇ, ਉਹਨਾਂ ਨੂੰ ਮਤਲਬ ਹੋਰ ਵਧਾ ਕੇ, ਜਿਸ ਤਰ੍ਹਾਂ ਕਿ ਸਕੂਲ ਪ੍ਰਬੰਧਕਾਂ ਵਾਸਤੇ ਇਹ ਫੈਡਰਲ ਗਾਈਡਲਾਈਨਸ ਦਿੱਤੀਆਂ ਗਈਆਂ। ਔਰ ਬਕਾਇਦਾ ਤੌਰ 'ਤੇ ਜਿਹੜੇ ਸਾਡੇ ਚੀਫ ਪਬਲਿਕ ਹੈਲਥ ਆਫਿਸਰ ਡਾਕਟਰ ਥੈਰੇਸਾ ਟੈਮ ਅਤੇ ਉਹਨਾਂ ਦੇ ਡਿਪਟੀ ਨੇ ਜਿਹੜੇ ਡਾਕਟਰ ਹਾਵਰਡ ਨਿੰਜੋ, ਉਹਨਾਂ ਨੇ ਕਲੀਅਰ ਕਰਕੇ ਬਕਾਇਦਾ ਤੌਰ 'ਤੇ ਪ੍ਰਬੰਧਕਾਂ ਵਾਸਤੇ ਵਿਸ਼ੇਸ਼ ਜਿਹੜੀਆਂ ਗਾਈਡਲਾਈਨ ਦਿੱਤੀਆਂ, ਉਹਨਾਂ ਦੀ ਅੱਜ ਗੱਲ ਕਰਨ ਦੀ ਲੋੜ ਹੈ ਕਿ ਉਹਨਾਂ ਨੇ ਕਿਸ ਤਰ੍ਹਾਂ ਸਕੂਲ ਪ੍ਰਬੰਧਕਾਂ ਨੂੰ ਕਿਹਾ ਕਿ ਤੁਸੀਂ ਇਹ 2 ਮੀਟਰ ਦੀ ਦੂਰੀ ਰੱਖਣ ਦਾ ਪੂਰਾ ਖਿਆਲ ਰੱਖਣਾ, ਤਾਂ ਕਿ ਜਿਹੜੀ ਇਨਫੈਕਸ਼ਨ ਨਾ ਹੋ ਮਤਲਬ ਵੱਖ-ਵੱਖ ਪ੍ਰੋਵਿੰਸ ਦੇ ਵਿੱਚ ਇਸ ਕਾਰਨ ਨਾ ਵਧੇ ਕਿ ਬੱਚੇ ਸਕੂਲਾਂ 'ਚ ਬਿਮਾਰ ਹੋਣ ਔਰ ਉੱਥੋਂ ਇਨਫੈਕਸ਼ਨ ਲੈ ਕੇ ਉਹ ਘਰਾਂ 'ਚ ਪਹੁੰਚਣ। ਘਰਾਂ 'ਚ ਜਿਹੜੇ ਸਾਡੇ ਮਾਪੇ ਆ ਜਾਂ ਉਹਨਾਂ ਦੇ ਅੱਗੋਂ ਦਾਦਾ ਦਾਦੀ, ਨਾਨਾ ਨਾਨੀ ਹੈ, ਉਹਨਾਂ ਤੱਕ ਇਨਫੈਕਸ਼ਨ ਨਾ ਪਹੁੰਚੇ। ਸੋ ਉਹਨਾਂ ਨੇ ਕਿਹਾ ਹੈਗਾ ਵੀ 10 ਸਾਲ ਤੋਂ ਵੱਧ ਉਮਰ ਦੇ ਜਿਹੜੇ ਸਾਰੇ ਵਿਦਿਆਰਥੀ ਆ ਉਹ ਜ਼ਰੂਰ ਮਾਸਕ ਪਹਿਨਣ, ਅਤੇ ਵਿਦਿਆਰਥੀਆਂ ਦਾ ਜਿਹੜੀ ਆਪਸੀ ਦੂਰੀ ਆ ਅਤੇ ਅਧਿਆਪਕ ਨਾਲ ਦੂਰੀ ਆ ਉਹ 2 ਮੀਟਰ ਤੱਕ ਦੀ ਲਾਜ਼ਮੀ ਹੋਵੇ। ਇਸੇ ਤਰ੍ਹਾਂ ਉਹਨਾਂ ਨੇ ਕਿਹਾ, ਰਿਕਮੈਂਡ ਕੀਤਾ ਕਿ ਜਿਹੜੀਆਂ ਵੱਡੀਆਂ ਐਕਟੀਵਿਟੀਜ਼ ਹੈਗੀਆਂ ਵੀ ਲਾਰਜ ਜਿਹੜੀਆਂ ਗੈਦਰਿੰਗਸ ਹੈਗੀਆਂ, ਲਾਰਜ ਗਰੁੱਪ ਐਕਟੀਵਿਟੀਜ਼ ਹੈ, ਉਹਨਾਂ ਨੂੰ ਪੋਸਟਪੋਨ ਰੱਖਿਆ ਜਾਵੇ। ਜਿਵੇਂ ਵੱਡੀਆਂ ਅਸੈਂਬਲੀਆਂ, ਟੀਮ ਸਪੋਰਟਸ ਹੈ, ਫੀਲਡ ਟ੍ਰਿਪਸ ਹੈ, ਇਹਨਾਂ ਨੂੰ ਅਜੇ ਫਿਲਹਾਲ ਪੋਸਟਪੋਨ ਕੀਤਾ ਜਾਵੇ। ਇੱਕ ਉਹਨਾਂ ਨੇ ਕਿਹਾ ਹੈ ਕਿ ਜੇ ਮੌਸਮ ਠੀਕ ਹੈ, ਤੁਹਾਨੂੰ ਲੱਗਦਾ ਹੈ ਕਿ ਮੌਸਮ ਬਹੁਤਾ ਠੰਡਾ ਨਹੀਂ, ਤਾਂ ਤੁਸੀਂ ਕਲਾਸਾਂ ਬਾਹਰ ਲਾ ਸਕਦੇ ਖੁੱਲ੍ਹੇ 'ਚ, ਤਾਂ ਕਿ ਉੱਥੇ ਤੁਹਾਡੇ ਕੋਲ ਜ਼ਿਆਦਾ ਸਪੇਸ ਹੈ, ਉੱਥੇ ਤੁਹਾਨੂੰ 2 ਮੀਟਰ ਦਾ ਫਾਸਲਾ ਰੱਖਣਾ ਬੱਚਿਆਂ 'ਚ ਸੌਖਾ ਹੈ। ਇਸੇ ਤਰ੍ਹਾਂ ਉਹਨਾਂ ਨੇ ਕਿਹਾ ਕਿ ਸੈੱਲ ਫੋਨ ਅਤੇ ਹੋਰ ਨਿੱਜੀ ਸਮਾਨ ਜਿਹੜਾ ਉਹ ਜਾਂ ਤਾਂ ਬੱਚੇ ਲਿਆਉਣ ਹੀ ਨਾ, ਅਤੇ ਜਾਂ ਆਪਦੇ ਲਾਕਰਾਂ 'ਚ ਰੱਖਣ, ਕਿਉਂਕਿ ਜਦੋਂ ਇਹਦੀ ਵਰਤੋਂ ਕਰਦੇ ਬੱਚੇ ਆਪਸ 'ਚ ਸ਼ੇਅਰ ਕਰਦੇ ਆ ਤਾਂ ਉਦੋਂ ਇਨਫੈਕਸ਼ਨ ਜਿਹੜੀ ਫੈਲਣ ਦਾ ਖਤਰਾ ਹੁੰਦਾ ਹੈ। ਅਤੇ ਨਾਲ ਹੀ ਉਹਨਾਂ ਨੇ ਕਿਹਾ ਵੀ ਵੈਂਟੀਲੇਸ਼ਨ ਸਿਸਟਮ ਜਿਹੜੇ ਆ ਸਕੂਲਾਂ ਦੇ, ਉਹ ਤਾਜ਼ੀ ਹਵਾ ਵਾਸਤੇ ਬਿਲਕੁਲ ਉਹਨਾਂ ਨੂੰ ਇੰਪਰੂਵ ਕੀਤਾ ਜਾਵੇ, ਤਾਂ ਕਿ ਜਦੋਂ ਬੱਚੇ ਜਿਹੜੀਆਂ ਉਹ ਬਾਰੀਆਂ ਖੋਲ੍ਹਣ, ਵਿੰਡੋਜ਼ ਖੋਲ੍ਹਣ, ਤਾਂ ਉੱਥੋਂ ਤਾਜ਼ੀ ਹਵਾ ਅੰਦਰ ਆ ਸਕੇ, ਜਿਹਦੇ ਨਾਲ ਜਿਹੜਾ ਇਨਫੈਕਸ਼ਨ ਦਾ ਜਿਹੜਾ ਖਤਰਾ ਉਹ ਵੀ ਘਟੇ। ਸੋ ਇਸ ਤਰ੍ਹਾਂ ਕਰਕੇ ਉਹਨਾਂ ਨੇ ਇਹੋ ਜਿਹੀਆਂ ਗਾਈਡਲਾਈਨ ਦਿੱਤੀਆਂ ਹੈਗੀਆਂ, ਤਾਂ ਕਿ ਜਿਹੜੇ ਸਰਕਾਰਾਂ ਹੈਗੀਆਂ ਜਾਂ ਬੋਰਡ ਹੈਗੇ ਆ, ਉਹ ਇਹਨਾਂ ਨੂੰ ਚੰਗੀ ਤਰ੍ਹਾਂ ਬੱਚਿਆਂ ਨੂੰ ਸੁਰੱਖਿਅਤ ਰੱਖ ਸਕਣ। ਸੋ ਦੋਸਤੋ, ਇਹ ਸੀ ਦੂਜੇ ਸੈਗਮੈਂਟ ਦਾ ਵਿਚਾਰ ਚਰਚਾ। ਇਸ ਵਾਰ ਕਮਰਸ਼ੀਅਲ ਬ੍ਰੇਕ ਲੈਂਦੇ ਹਾਂ ਅਤੇ ਅਗਲੇ ਸੈਗਮੈਂਟ 'ਚ ਨਵੇਂ ਟੌਪਿਕ ਦੇ ਨਾਲ ਵਿਚਾਰ ਚਰਚਾ ਲਈ ਮੁੜ ਵਾਪਸ ਆਉਂਦੇ। ਸੋ ਗੱਲਬਾਤ ਚੱਲ ਰਹੀ ਹੈ ਕੈਲਗਰੀ ਤੋਂ ਗੁਰਬਚਨ ਬਰਾੜ ਦੇ ਨਾਲ, ਜੋ ਅੱਜ ਵੱਖ-ਵੱਖ ਟੌਪਿਕਸ 'ਤੇ ਵਿਚਾਰ ਚਰਚਾ ਕਰਨ ਲਈ ਸਾਡੇ ਨਾਲ ਜੁੜੇ ਹੋਏ ਨੇ। ਜੀ ਬਰਾੜ ਸਾਹਿਬ, ਆਪਾਂ ਪਿਛਲੇ ਸੈਗਮੈਂਟ 'ਚ ਗੱਲਬਾਤ ਕੀਤੀ ਹੈ ਕਿ ਜੋ ਫੈਡਰਲ ਸਰਕਾਰ ਵੱਲੋਂ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਨੇ, ਵੈਂਟੀਲੇਸ਼ਨ, ਮੋਬਾਈਲ ਦਾ ਘੱਟ ਇਸਤੇਮਾਲ ਕਰਨਾ ਅਤੇ ਸੋਸ਼ਲ ਡਿਸਟੈਂਸਿੰਗ ਨੂੰ ਬਰਕਰਾਰ ਰੱਖਣਾ। ਸੋ ਇਹ ਹਦਾਇਤਾਂ ਤਾਂ ਜਾਰੀ ਕੀਤੀਆਂ ਗਈਆਂ, ਲੇਕਿਨ ਇਹਨਾਂ ਨੂੰ ਅਮਲੀ ਜਾਮਾ ਕਿਵੇਂ ਪਹਿਨਾਇਆ ਜਾਵੇਗਾ, ਇਸ ਗੱਲ ਨੂੰ ਲੈ ਕੇ ਮਾਪੇ ਹੈ ਜਿਹੜੇ ਬਹੁਤ ਚਿੰਤਤ ਨੇ। ਖਾਸ ਕਰਕੇ ਕੈਲਗਰੀ ਤੋਂ, ਤੁਹਾਡੇ ਸ਼ਹਿਰ ਤੋਂ ਖਬਰਾਂ ਆ ਰਹੀਆਂ ਨੇ ਇਹੋ ਜਿਹੀਆਂ। ਅਤੇ ਦੂਜੇ ਪਾਸੇ ਇਸ ਤੋਂ ਪਹਿਲਾਂ ਕਿ ਮਾਪਿਆਂ ਦੀ ਜਾਂ ਅਧਿਆਪਕਾਂ ਦੀ ਜਾਂ ਵਿਦਿਆਰਥੀਆਂ ਦੀ ਚਿੰਤਾ ਦੀ ਗੱਲ ਕਰੀਏ, ਤਾਂ ਸਭ ਤੋਂ ਪਹਿਲਾਂ ਇਹ ਦੱਸੋ, ਔਨਲਾਈਨ ਜੋ ਸਟੱਡੀ ਹੈ, ਇਸ ਦੇ ਬਾਰੇ ਸਕੂਲ ਬੋਰਡਸ ਦੇ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ, ਕੀ ਕਿਹਾ ਗਿਆ ਉਹਨਾਂ ਦੇ ਵੱਲੋਂ? ਬਸੋਤਾ ਜੀ, ਜੇ ਆਪਾਂ ਕੈਲਗਰੀ ਸ਼ਹਿਰ ਦੀ ਗੱਲ ਕਰੀਏ ਤਾਂ ਇੱਥੇ ਸਾਡੇ ਕੋਲ 2 ਬੋਰਡ ਨੇ। ਇੱਕ ਤਾਂ ਕੈਲਗਰੀ ਬੋਰਡ ਆਫ ਐਜੂਕੇਸ਼ਨ ਹੈ, ਜਿਹੜਾ ਪਬਲਿਕ ਸਕੂਲਾਂ ਦੇ ਨਾਲ ਜਿਹੜੇ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਨੇ, ਅਤੇ ਦੂਸਰਾ ਹੈ ਆਪਣੇ ਕੋਲੇ ਸਾਡਾ ਕੈਥੋਲਿਕ ਡਿਸਟ੍ਰਿਕਟ ਸਕੂਲ ਬੋਰਡ ਜੀ। ਸੋ ਇਹਨਾਂ ਦੀਆਂ ਵੱਖ-ਵੱਖ ਦੋਹਾਂ ਨੇ ਆਪਦੀਆਂ ਹਦਾਇਤਾਂ, ਆਪਦੀਆਂ ਇੰਸਟਰਕਸ਼ਨਾਂ ਮਾਪਿਆਂ ਨੂੰ ਭੇਜ ਦਿੱਤੀਆਂ। ਔਰ ਜਿਹੜਾ ਕੈਲਗਰੀ ਬੋਰਡ ਆਫ ਐਜੂਕੇਸ਼ਨ ਹੈ, ਉਹਨਾਂ ਨੇ ਕਿਹਾ ਹੈ ਕਿ ਅਸੀਂ ਜਿਹੜੇ ਬੱਚੇ ਸਕੂਲ ਆਉਣਾ ਚਾਹੁਣ ਉਹ ਸਕੂਲ ਆਉਣ,
ਜਿਹੜੇ ਬੱਚੇ ਸਕੂਲ ਨਹੀਂ ਆਉਣਾ ਚਾਹੁੰਦੇ, ਘਰਾਂ 'ਚ ਆਨਲਾਈਨ ਪੜ੍ਹਨਾ ਚਾਹੁੰਦੇ ਆ, ਉਹਨਾਂ ਵਾਸਤੇ ਉਹਨਾਂ ਨੇ ਸਮਾਂ ਨਿਯਤ ਕੀਤਾ ਕਿ 12 ਅਗਸਤ ਤੋਂ 24 ਅਗਸਤ ਸ਼ਾਮ 4 ਵਜੇ ਤੱਕ ਉਹ ਰਜਿਸਟਰ ਕਰ ਸਕਦੇ ਨੇ। ਹੂੰ ਤੋ ਕੈਲਗਰੀ ਬੋਰਡ ਆਫ ਐਜੂਕੇਸ਼ਨ ਨੇ ਕਿਹਾ ਵੀ ਤੁਹਾਨੂੰ ਅਜੇ ਵੀ ਇੱਕ ਆਪਸ਼ਨ ਹੋਏਗੀ, ਜੇ ਤੁਸੀਂ ਵਾਪਸ ਸਕੂਲ ਆਉਣਾ ਤਾਂ ਪਹਿਲੀ ਫਰਵਰੀ ਤੋਂ ਤੁਸੀਂ ਸਕੂਲ 'ਚ ਵੀ ਦੁਬਾਰਾ ਵਾਪਸ ਆ ਸਕਦੇ ਹੋ, ਜਿਹੜੇ ਆਨਲਾਈਨ ਪੜ੍ਹਨਾ ਚਾਹੁਣਗੇ। ਹੂੰ ਉਹਦੇ ਵਾਸਤੇ ਉਹਨਾਂ ਨੂੰ 8 ਜਨਵਰੀ ਤੱਕ ਸਕੂਲ ਪ੍ਰਿੰਸੀਪਲ ਨੂੰ ਲਿਖਤੀ ਦੇਣਾ ਪਊਗਾ। ਇਹ ਤਾਂ ਹੈ ਉਹਨਾਂ ਦੀ ਕਿ ਤੁਸੀਂ ਰਜਿਸਟਰ ਕਿਵੇਂ ਕਰਨਾ ਹੈਗਾ। ਉਹਨਾਂ ਦੀ ਵੈਬਸਾਈਟ 'ਤੇ ਜਾ ਕੇ ਮਾਪਿਆਂ ਨੂੰ ਉਹਨਾਂ ਦੇ ਹਦਾਇਤਾਂ ਆ ਗਈਆਂ, ਉਹ ਮਾਪਿਆਂ ਨੂੰ ਕਿਹਾ ਵੀ ਤੁਸੀਂ 24 ਅਗਸਤ ਤੱਕ ਰਜਿਸਟਰ ਕਰੋ ਜਿਨ੍ਹਾਂ ਨੇ ਆਨਲਾਈਨ ਘਰੇ ਪੜ੍ਹਨਾ। ਹੁਣ ਗੱਲ ਰਹਿ ਗਈ ਕਿ ਪੜ੍ਹਨਾ ਉਹਨਾਂ ਨੇ ਪੜ੍ਹਾਉਣਾ ਕਿਸ ਤਰ੍ਹਾਂ। ਆਨਲਾਈਨ ਦੀ ਆਪਾਂ ਜੇ ਡਿਟੇਲ ਦੇਖੀਏ ਤਾਂ ਜੀ ਪਹਿਲੀ ਤੋਂ 6ਵੀਂ ਕਲਾਸ ਤੱਕ ਉਹਨਾਂ ਨੇ 5 ਤੋਂ ਲੈ ਕੇ 6 ਘੰਟੇ ਪ੍ਰਤੀ ਹਫ਼ਤਾ ਪੜ੍ਹਾਉਣਾ, ਜਿਹਦੇ 'ਚ ਉਹਨਾਂ ਨੇ ਕੁਝ ਸਮਾਂ ਜਿਹੜਾ ਰੀਅਲ ਟਾਈਮ ਟੀਚਰ ਜਿਹੜਾ ਬਕਾਇਦਾ ਤੌਰ 'ਤੇ ਉਹ ਆਨਲਾਈਨ ਉਹਨਾਂ ਨੂੰ ਲਾਈਵ ਦੱਸੂਗਾ, ਲਾਈਵ ਐਜੂਕੇਸ਼ਨ ਦੇਊਗਾ। ਜੀ 3-4 ਘੰਟੇ ਲਗਭਗ ਰੋਜ਼ ਦੇ ਉਹਨਾਂ ਨੂੰ ਘਰ ਦਾ ਕੰਮ ਜਾਂ ਅਸਾਈਨਮੈਂਟਾਂ 'ਤੇ ਟਾਈਮ ਲੱਗੂਗਾ। ਸੋ ਇਸ ਤਰ੍ਹਾਂ ਕਰਕੇ ਉਹਨਾਂ ਨੇ ਘੰਟੇ ਵੰਡੇ ਆ ਅੱਡੋ ਅੱਡ ਕਲਾਸਾਂ ਵਾਸਤੇ, ਅੱਡੋ ਅੱਡ ਸਬਜੈਕਟਸ ਵਾਸਤੇ। ਸਾਰੇ ਦੇ ਸਾਰੇ ਸਬਜੈਕਟ ਜਿਹੜੇ ਇੰਪੋਰਟੈਂਟ ਸਬਜੈਕਟ ਜਿਹਨੂੰ ਆਪਾਂ ਕਹਿ ਸਕਦੇ ਹਾਂ, ਜੀ ਜਿਹਦੇ 'ਚ ਲੈਂਗੁਏਜ ਇੰਗਲਿਸ਼ ਹੈ, ਮੈਥ ਹੈ, ਸਾਇੰਸ ਹੈ, ਸੋਸ਼ਲ ਸਟੱਡੀ ਹੈ। ਸੋ ਇਹ ਸਾਰੇ ਦੇ ਸਾਰੇ ਸਬਜੈਕਟ ਵੱਖ-ਵੱਖ ਟਾਈਮਾਂ 'ਤੇ ਉਹਨਾਂ ਨੇ ਐਡਜਸਟ ਕੀਤੇ, ਔਰ ਇੱਕ ਤਰ੍ਹਾਂ ਦੇ ਕੋਹਰਟ ਗਰੁੱਪ ਬਣਾਉਣ ਦੀ ਗੱਲ ਵੀ ਕੀਤੀ ਆ ਉਹਨਾਂ ਨੇ ਕਿ ਕੁਛ ਏਰੀਆ ਦੇ ਵਿੱਚੋਂ ਇੱਕੋ ਸਕੂਲ ਦੇ ਜਿਹੜੇ ਬੱਚੇ ਇਕੱਠੇ ਹੋ ਸਕਦੇ ਆ। ਮਤਲਬ ਇਕੱਠੇ ਉਹ ਪੜ੍ਹਨਗੇ ਤਾਂ ਘਰੋਂ ਘਰੀ, ਪਰ ਉਹ ਇੱਕੋ ਟਾਈਮ 'ਤੇ ਉਹਨਾਂ ਦੇ ਨਾਲ ਜਿਹੜਾ ਆਨਲਾਈਨ ਪੜ੍ਹਾਈ ਕਰਵਾਈ ਜਾਊਗੀ। ਤੇ ਨਾਲ ਦੀ ਨਾਲ ਕੈਥੋਲਿਕ ਡਿਸਟ੍ਰਿਕਟ ਨੇ ਇਹ ਕੀਤਾ ਹੈਗਾ ਵੀ ਅਸੀਂ ਸਾਰਾ ਸਾਲ ਹੀ ਤੁਹਾਨੂੰ, ਜਿਹਨੇ ਆਨਲਾਈਨ ਕਰ ਲਿਆ ਰਜਿਸਟਰ, ਉਹਨਾਂ ਦੀ ਡੇਟ ਰੱਖੀ 21 ਅਗਸਤ ਤੱਕ। ਉਹਨਾਂ ਨੇ 2 ਸਕੂਲ ਨਿਰਧਾਰਿਤ ਕੀਤੇ ਆ, ਜਿਨ੍ਹਾਂ ਦੇ ਵਿੱਚੋਂ ਪਹਿਲੀ ਤੋਂ 9ਵੀਂ ਤੱਕ ਤਾਂ ਉਹਨਾਂ ਦਾ ਹੈਗਾ ਸੇਂਟ ਆਈਸਡੋਰ ਸਕੂਲ, ਤੇ 10ਵੀਂ ਤੋਂ 12ਵੀਂ ਤੱਕ ਸੇਂਟ ਐਨ ਸਕੂਲ, ਉੱਥੇ ਰਜਿਸਟਰ ਕਰਨਾ ਪੈਣਾ। ਸੋ ਉਹਨਾਂ ਨੇ ਸਿਰਫ 2 ਸਕੂਲ ਰੱਖੇ ਆ। ਉਹਨਾਂ ਨੇ ਕਿਹਾ ਵੀ ਸਾਨੂੰ 21 ਤਰੀਕ ਤੱਕ ਦੱਸੋ, ਅੱਧੀ ਰਾਤ ਤੱਕ, ਵੀ ਕਿਹੜੇ ਬੱਚਿਆਂ ਨੇ ਘਰਾਂ ਵਿੱਚ ਪੜ੍ਹਾਈ ਕਰਨੀ ਹੈ। ਸੋ ਇਸ ਤਰ੍ਹਾਂ ਕਰਕੇ ਇਹਨਾਂ ਨੂੰ ਵੰਡਿਆ ਗਿਆ। ਕਿੰਡਰਗਾਰਟਨ ਦਾ ਤਾਂ ਬਕਾਇਦਾ ਕਹਿ ਹੀ ਦਿੱਤਾ ਕਿ ਇਹ ਜ਼ਰੂਰੀ ਨਹੀਂ ਹੈ ਅਲਬਰਟਾ 'ਚ, ਜੀ ਪਰ ਫਿਰ ਵੀ ਜੇ ਕੋਈ ਮਾਪੇ ਚਾਹੁਣ ਤਾਂ ਪ੍ਰਬੰਧ ਕੀਤਾ ਜਾ ਸਕਦਾ ਫੇਸ ਟੂ ਫੇਸ ਉਹਨਾਂ ਦੀ ਜਿਹੜੀ ਆਨਲਾਈਨ ਪੜ੍ਹਾਈ ਦਾ। ਬਰਾੜ ਸਾਹਿਬ, ਹੁਣ ਆਪਾਂ ਗੱਲ ਕਰਦੇ ਹਾਂ ਕਿ ਮਾਪੇ ਨੇ ਜੋ ਉਹ ਬਹੁਤ ਚਿੰਤਤ ਨੇ, ਉਹ ਬੱਚਿਆਂ ਨੂੰ ਅਜੇ ਵੀ ਭੇਜਣ ਦੇ ਸੰਬੰਧ ਵਿੱਚ ਦੁਵਿਧਾ 'ਚ ਪਏ ਹੋਏ ਨੇ ਕਿ ਭੇਜਣ ਜਾਂ ਨਾ ਭੇਜਣ। ਸੋ ਸੰਖੇਪ ਦੇ ਵਿੱਚ ਮਾਪੇ ਕਿਉਂ ਦੁਵਿਧਾ 'ਚ ਨੇ? ਮਾਪੇ ਤਾਂ ਦੇਖੋ ਜੀ, ਜਿਵੇਂ ਇੱਕ ਤੁਹਾਡੀ ਇੱਕ ਨਵੀਂ ਸੰਸਥਾ ਬਣੀ ਹੈ ਅਲਬਰਟਾ ਦੀ, ਵਾਲ ਆਫ ਅਲਬਰਟਾ ਮੌਮਸ ਐਂਡ ਡੈਡਸ। ਉਹਨਾਂ ਦੇ 3000 ਤੋਂ ਜ਼ਿਆਦਾ ਵਲੰਟੀਅਰ ਨੇ ਇੱਕ ਦਿਨ ਪਿਛਲੇ ਹਫ਼ਤੇ ਗੱਲਬਾਤ ਕੀਤੀ ਆਪਸ 'ਚ। ਉਹ ਸਾਰੇ ਇਹ ਚਾਹੁੰਦੇ ਆ, ਐਜੂਕੇਸ਼ਨ ਮਿਨਿਸਟਰ ਨੂੰ ਵੀ ਕਾਲਸ ਕੀਤੀਆਂ ਉਹਨਾਂ ਨੇ, ਕਿ ਜਿਹੜਾ ਕਲਾਸ ਸਾਈਜ਼ ਆ ਉਹ ਰਿਡਿਊਸ ਕੀਤਾ ਜਾਵੇ। ਮਾਪਿਆਂ ਦੀ ਵੱਡੀ ਚਿੰਤਾ ਇਹੀ ਹੈ ਕਿ ਜਦੋਂ ਬੱਚੇ ਇਕੱਠੇ ਜਾਣਗੇ ਬੱਸਾਂ ਦੇ ਵਿੱਚ, ਔਰ ਕਲਾਸ 'ਚ ਜਦੋਂ 30, 35, 40 ਬੱਚੇ ਬੈਠਣਗੇ, ਤਾਂ ਉਹਨਾਂ ਨੂੰ ਡਰ ਹੈ ਕਿ ਇਨਫੈਕਸ਼ਨ ਸਾਡੇ ਬੱਚਿਆਂ ਨੂੰ ਹੋਊਗੀ। ਸੋ ਇਸ ਡਰ ਦੇ ਵਿੱਚ, ਇਸ ਚਿੰਤਾ ਦੇ ਵਿੱਚ ਅਸੀਂ ਵੀ ਅਜੇ ਵੀ ਦੁਬਿਧਾ ਦੇ ਵਿੱਚ ਹੈ ਵੀ ਕੀ ਉਹ ਬੱਚਿਆਂ ਨੂੰ ਸਕੂਲ ਭੇਜਣ ਜਾਂ ਨਾ ਭੇਜਣ। ਸੋ ਸਰਕਾਰ ਦੀ ਵੀ ਇਹ, ਮੈਂ ਸਮਝਦਾ ਕਿ ਸਰਕਾਰ ਨੂੰ ਇਹ ਮੰਗ ਜਿਹੜੀ ਹੈ ਅਲਬਰਟਾ ਦੀ, ਕਿਉਂਕਿ ਆਪਾਂ ਦੇਖ ਰਹੇ ਹੁਣ, ਤੁਸੀਂ ਪਿਛਲੇ ਕਾਫੀ ਦਿਨਾਂ ਤੋਂ ਆਪਾਂ ਦੇਖਦੇ ਹਾਂ ਕਿ ਜਿਹੜੀ ਇਨਫੈਕਸ਼ਨ ਦਾ ਰੇਟ ਹੈ ਇਹ ਆਲਮੋਸਟ 100 ਦੇ ਨੇੜੇ ਤੇੜੇ ਚੱਲ ਰਿਹਾ, ਔਰ ਇਹ ਕੋਈ ਥੋੜਾ ਰੇਟ ਨਹੀਂ ਹੈਗਾ, ਔਰ ਇਹ ਵੀ ਚਿੰਤਾ ਦਾ ਵਿਸ਼ਾ ਹੈ। ਔਰ ਜਿਵੇਂ ਆਪਾਂ ਸਮਝਦੇ ਹਾਂ ਕਿ ਜਿਵੇਂ ਜਿਹੜੇ ਆਪਣੇ ਡਾਕਟਰ ਟੈਮ ਨੇ, ਉਹਨਾਂ ਨੇ ਕਿਹਾ ਸੀ ਕਿ ਜਿਹੜੇ 10 ਸਾਲ ਤੋਂ ਘੱਟ ਉਮਰ ਦੇ ਬੱਚੇ ਆ ਨਾ, ਉਹਨਾਂ ਨੂੰ ਇਨਫੈਕਸ਼ਨ ਵੀ ਬੜੀ ਮਾਈਲਡ ਹੁੰਦੀ ਆ, ਔਰ ਉਹ ਰਾਜੀ ਵੀ ਹੋ ਜਾਂਦੇ ਆ, ਔਰ ਉਹ ਅੱਗੇ ਇਨਫੈਕਸ਼ਨ ਫੈਲਾਉਂਦੇ ਵੀ ਨਹੀਂ। ਪਰ ਨਾਲ ਦੀ ਨਾਲ ਜਿਹੜੇ ਵੱਡੇ ਬੱਚੇ ਆ, ਜਾਂ ਆਪਾਂ ਉਹਨਾਂ ਦੀ ਚਿੰਤਾ ਕਰਦੇ ਜਿਹੜੇ 20 ਤੋਂ ਲੈ ਕੇ 39 ਸਾਲ ਦੇ ਜਿਹੜੇ ਮਾਪੇ ਆ, ਉਹਨਾਂ 'ਚ ਇਨਫੈਕਸ਼ਨ ਦੀ ਦਰ ਜਿਹੜੀ ਉਹ ਕਾਫੀ ਵੱਧਦੀ ਜਾ ਰਹੀ ਹੈ। ਸੋ ਚਿੰਤਾ ਹੈ। ਇਸੇ ਤਰ੍ਹਾਂ ਟੀਚਰਾਂ ਦੀ ਵੀ ਚਿੰਤਾ ਹੈ। ਟੀਚਰ ਵੀ ਇਹ ਸਮਝਦੇ ਕਿ ਜੇ ਸਕੂਲਾਂ ਦੇ ਵਿੱਚ ਇਨਫੈਕਸ਼ਨ ਉੱਥੇ ਇਨਫੈਕਸ਼ਨ ਹੁੰਦੀ ਆ ਉਹਨਾਂ ਦੇ ਰਾਹੀਂ ਜਾਂ ਬੱਚਿਆਂ ਰਾਹੀਂ, ਤਾਂ ਉਹਦੇ ਨਾਲ ਵੀ ਸੁਸਾਇਟੀ ਦੇ ਵਿੱਚ, ਸਾਡੀਆਂ ਕਮਿਊਨਿਟੀ ਦੇ ਵਿੱਚ ਇਨਫੈਕਸ਼ਨ ਵੱਧ ਸਕਦੀ ਹੈ। ਲੇਕਿਨ ਇੰਟਰਸਟਿੰਗਲੀ ਜਿਹੜੇ ਬੱਚੇ ਨੇ ਉਹ ਬਹੁਤ ਉਤਸੁਕ ਨੇ ਇਸ ਗੱਲ ਦੇ ਲਈ। ਹਾਂ, ਬੱਚੇ ਤਾਂ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਕਿ ਬੱਚਿਆਂ ਨੂੰ ਅਸਲ 'ਚ ਕਲਾਸ 'ਚ ਬਹਿ ਕੇ ਹੀ ਪੜ੍ਹਨ ਦਾ, ਉਹਨਾਂ ਦੀ ਜਿਹੜੀ, ਜੇ ਆਪਾਂ ਕਹਿ ਦਈਏ ਨਾ, ਉਹਨਾਂ ਦੀ ਅਟੈਂਸ਼ਨ ਹੀ ਉਦੋਂ ਬਣਦੀ ਹੈ ਪੜ੍ਹਾਈ, ਜਦੋਂ ਉਹ ਕਲਾਸ 'ਚ ਬੈਠੇ ਹੁੰਦੇ ਆ। ਹੁਣ ਇਸੇ ਤਰ੍ਹਾਂ ਇੱਥੇ ਘਰਾਂ ਆਪਾਂ ਅੱਜ ਮੈਂ ਸੁਣਿਆ ਕੁਛ ਲੋਕਾਂ ਤੋਂ, ਕੁਛ ਜਿਹੜੇ ਲਰਨਿੰਗ ਸੈਂਟਰ ਨੇ ਜੀ, ਉਹਨਾਂ ਨੇ ਵੀ ਆਫਰ ਕੀਤੀ ਆ ਮਾਪਿਆਂ ਨੂੰ ਕਿ ਜੇ ਤੁਸੀਂ ਕਹੋ ਅਸੀਂ ਤੁਹਾਡੇ ਬੱਚਿਆਂ ਨੂੰ, ਜਿਹੜੇ ਕੋਹੋਰਟ ਗਰੁੱਪ ਦੇ ਬੱਚੇ ਹੋਣ, ਮੰਨ ਲਓ 2 ਪਰਿਵਾਰ ਹੈ, ਉਹ ਆਪਸ 'ਚ ਇਕੱਠੇ ਮਿਲਦੇ ਜੁਲਦੇ, ਉਹਨਾਂ ਦੇ ਬੱਚੇ ਵੀ ਇਕੱਠੇ ਬੈਠਦੇ, ਔਰ ਉਹ ਪਿਛਲੇ 14-15 ਦਿਨਾਂ ਤੋਂ ਕੋਈ ਇਨਫੈਕਸ਼ਨ ਵੀ ਹੈ,
ਤਾਂ ਫਿਰ ਉਹ ਕੋਹੋਰਟ ਗਰੁੱਪਾਂ ਦੇ ਵਿੱਚ ਉਹ ਲਰਨਿੰਗ ਸੈਂਟਰ ਵੀ ਘਰਾਂ 'ਚ ਆ ਕੇ ਪੜ੍ਹਾਉਣ ਨੂੰ ਤਿਆਰ ਹੈ। ਇਹੋ ਜਿਹੀ ਵੀ ਜਿਹੜੀ ਸੁਵਿਧਾ ਉਹ ਮੈਂ ਸੁਣਨ ਨੂੰ ਮੈਨੂੰ ਮਿਲੀ ਹੈ। ਜੀ। ਸੋ ਇਹ ਬਹੁਤ ਵੱਡਾ, ਇਹ ਸਮਝ ਲਓ ਵੀ ਇਹ ਸੋਚਣ ਵਾਲਾ, ਵਿਚਾਰਨ ਵਾਲਾ ਵਿਸ਼ਾ ਹੈ। ਜੀ ਆਉਂਦੇ ਬਰਾੜ ਦਿਨਾਂ 'ਚ ਦੇਖਦੇ ਹਾਂ ਕਿ ਕਿਸ ਤਰ੍ਹਾਂ ਇਹ ਜਿਹੜਾ ਮਾਮਲਾ ਹੱਲ ਹੁੰਦਾ ਹੈ। ਜੀ ਬਰਾੜ ਸਾਹਿਬ, ਬਹੁਤ ਬਹੁਤ ਧੰਨਵਾਦ ਕੈਲਗਰੀ ਤੋਂ ਸਾਡੇ ਨਾਲ ਜੁੜਨ ਲਈ। ਥੈਂਕ ਯੂ ਜੀ। ਸੋ ਇਹ ਸਨ ਗੁਰਬਚਨ ਬਰਾੜ, ਜੋ ਕੈਲਗਰੀ ਤੋਂ ਵੱਖ ਵੱਖ ਟੌਪਿਕਸ 'ਤੇ ਵਿਚਾਰ ਚਰਚਾ ਕਰ ਰਹੇ ਸੀ ਸਾਡੇ ਨਾਲ। ਸੋ ਅੱਜ ਦਾ ਪ੍ਰੋਗਰਾਮ ਇਸ ਦੇ ਨਾਲ ਇੱਥੇ ਹੀ ਸਮਾਪਤ ਕਰਦੇ ਹਾਂ। ਹੁਣ ਕੱਲ੍ਹ ਇਸ ਪ੍ਰੋਗਰਾਮ 'ਚ ਇਸੇ ਸਮੇਂ ਤੁਹਾਡੇ ਨਾਲ ਫੇਰ ਹੋਵੇਗੀ ਮੁਲਾਕਾਤ।